ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਤੇ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਨੂੰ। ਕੱਲ ਵਿਚਾਰਦੇ ਸੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਜਿਸ ਦੇ ਵਿੱਚ ਪਹਿਲਾ ਸਵਾਲ ਸੀ, ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੁਹਿ ਮਾਰਗ ਦੇ ਬਤਾਈ। ਵੀ ਕਿਹੜੇ ਤਰੀਕੇ ਨਾਲ, ਕਿਹੜੀ ਵਿਧ ਹੈ ਉਸ ਪ੍ਰਭੂ ਨੂੰ ਮਿਲਿਆ ਜਾ ਸਕਦਾ ਹੈ। ਕੋਈ ਐਸਾ ਸੰਤ ਜਿਹੜਾ ਸਹਿਜ ਚੌਥੇ ਪਦ ਦਾ ਜਾਣੂ ਹੋਵੇ, ਉਹ ਮੈਨੂੰ ਮਾਰਗ ਬਤਾ ਦੇਵੇ। ਤੇ ਫਿਰ ਇਸ ਦੇ ਵਿੱਚ ਅੱਗੇ ਜਾ ਕੇ ਇਸ ਦਾ ਜਵਾਬ ਵੀ ਸੀ ਕਿ ਜਿਨ੍ਹਾਂ ਦੇ ਮਾਲਕ ਕਿਰਪਾ ਕਰਦਾ ਹੈ, ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ। ਜਿਨ੍ਹਾਂ ਦੇ ਬੰਧਨ ਕੱਟਦਾ ਹੈ ਸਤਿਗੁਰੂ, ਤੇ ਉਹ ਫਿਰ ਸਾਧੂ ਜਿਨ੍ਹਾਂ ਦੀ ਸੰਗਤ ਕਰਦੇ ਨੇ, ਉੱਥੇ ਲਿਵ ਜੋੜਦੇ ਨੇ, ਗਿਆਨ ਲੈਂਦੇ ਨੇ ਕਿਵੇਂ ਉਸ ਪ੍ਰਭੂ ਦੇ ਨਾਲ ਲਿਵ ਜੋੜਨੀ ਹੈ। ਫਿਰ ਲਿਵ ਜੋੜਦੇ ਨੇ। ਪੰਜ ਜਨਾ ਮੇਰੇ ਮੰਗਲ ਗਾਇਆ, ਹਰ ਨਾਨਕ ਭੇਦ ਨਾ ਭਾਈ। ਫਿਰ ਐਸੇ ਜਨਾਂ ਨੂੰ ਮਿਲ ਕੇ ਇਹ ਗੁਣ ਲੈਂਦੇ ਨੇ, ਗਿਆਨ ਲੈਂਦੇ ਨੇ, ਮੰਗਲ ਗਾਉਂਦੇ ਨੇ ਉਸ ਪ੍ਰਭੂ ਦੇ ਜਨ ਜਿਹੜੇ ਉਹਦੇ 'ਚ ਸਮਾਏ ਨੇ। ਪੰਜ ਨੇ ਜਿਹੜੇ ਪ੍ਰਵਾਨ ਨੇ ਉਸ ਘਰ ਦੇ ਵਿੱਚ। ਫਿਰ ਇਸ ਦਾ ਮੇਰੇ ਰਾਮ ਰਾਏ ਇਨ ਬਿਦ ਮਿਲੈ ਗੁਸਾਈ, ਸਹਿਜ ਪਿਆ ਖੇਨ ਪਰਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ। ਵੀ ਜਦੋਂ ਫਿਰ ਜੋਤ ਜੋਤ ਸਮਾਉਂਦੀ ਹੈ, ਪਰਮ ਖਤਮ ਹੋ ਜਾਂਦਾ ਹੈ ਇੱਕ ਖਿਣ ਦੇ ਵਿੱਚ ਸਹਿਜ ਪ੍ਰਗਟ। ਜਦੋਂ ਸਹਿਜ ਪ੍ਰਗਟ ਹੋ ਜਾਂਦਾ ਹੈ, ਖਿਣ ਦੇ ਵਿੱਚ ਹੀ ਪਰਮ ਦੂਰ ਹੋ ਜਾਂਦਾ ਹੈ। ਜਿਵੇਂ ਇੱਥੇ ਸਮਝਾਉਂਦੇ ਵੀ ਇੱਦਾਂ ਇੱਕ ਖਿਣ ਦੇ ਵਿੱਚ ਹੀ ਸਾਡਾ ਪਰਮ ਦੂਰ ਹੋ ਗਿਆ ਤੇ ਮਾਲਕ ਸਹਿਜ ਪ੍ਰਗਟ ਹੋ ਗਿਆ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਇਹ ਰਹੋ ਦੂਜਾ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਐਸੋ ਪਰਚੋ ਪਾਇਓ, ਕਰੀ ਕਿਰਪਾ ਦਇਆਲ ਬੀਠੋ ਲੈ, ਸਤਿਗੁਰ ਮੁਝੈ ਬਤਾਇਓ। ਵੀ ਉਸ ਸਤਿਗੁਰ ਨੇ, ਕਿਰਪਾਲੂ ਦਿਆਲੂ ਮਾਲਕ ਨੇ, ਜਿਸ ਨੂੰ ਬੀਠਲ ਵੀ ਕਹਿ ਦਿੰਦੇ ਵੀ ਉਹਨੇ ਐਸੀ ਕਿਰਪਾ ਕਰੀ ਕਿ ਸਾਨੂੰ ਸੱਚਾ ਗੁਰ ਦਾ ਗਿਆਨ ਬਖਸ਼ਿਸ਼ ਕਰ ਦਿੱਤਾ। ਤੇ ਐਸਾ ਪਹਿਚਾਨ ਹੋਈ, ਐਸੋ ਪਰਚੋ ਪਾਇਓ, ਕਿ ਸਾਨੂੰ ਸਮਝਾ ਦਿੱਤਾ, ਪਹਿਚਾਨ ਕਰਵਾ ਦਿੱਤੀ। ਸਾਡਾ ਉਸ ਦੇ ਮਾਲਕ ਨਾਲ ਪਿਆਰ ਪੈ ਗਿਆ। ਪਰ ਹੋਈ ਕਿਵੇਂ? ਪਰਚੋ ਕਹਿੰਦੇ, ਪਰਚੈ ਵੀ ਆਉਂਦਾ ਹੈ ਸ਼ਬਦ। ਸਤਿਗੁਰ ਪਰਚੈ ਵੇਦ ਵਿਚਾਰੀ। ਪਰਚਾ ਹੁੰਦਾ ਜਿਸ ਨੂੰ ਹਿੰਦੀ ਦੇ ਵਿੱਚ ਪ੍ਰੀਚਾ ਕਹਿ ਦਿੰਦੇ ਹਾਂ। ਪਹਿਚਾਨ, ਐਸੀ ਪਹਿਚਾਨ ਕਰਵਾ ਦਿੱਤੀ ਉਸ ਪ੍ਰਭੂ ਦੀ, ਸਮਝਾ ਦਿੱਤਾ, ਸੱਚਾ ਗੁਰ ਸਮਝਾ ਦਿੱਤਾ। ਪਰ ਸਮਝਾਇਆ ਕਿਸ ਨੇ? ਆਪ
उस प्रभु ने कृपा की, उस दयाल ने, उस बीठल ने सच्चा ज्ञान दे के आप कृपा की है। क्योंकि ज्ञान कोई भी जीव नहीं देता, आप मालक अपने जनां दी रसना तो आप ये ज्ञान देता है। ये रहो पंक्तियां सी ते हुण अगे शब्द समझाउंदे ने। जत कत देखो तत तत तुम ही, मोह ਇਹ विश्वास होए आयो। ਕਹਿੰਦੇ ਸਾਨੂੰ ਵਿਸ਼ਵਾਸ ਹੋ ਗਿਆ ਪੂਰਾ, ਹੁਣ ਜਿੱਥੇ ਵੀ ਦੇਖਦੇ ਉੱਥੇ ਮਾਲਕ ਹੀ ਦਿਸਦਾ ਹੈ, ਤੂੰ ਹੀ ਦਿਸਦਾ ਹੈ, ਤੇਰੇ ਹੀ ਦਰਸ਼ਨ ਹੁੰਦੇ ਨੇ। ਕਿਉਂਕਿ ਵਿਸ਼ਵਾਸ, ਜੇ ਵਿਸ਼ਵਾਸ ਨਹੀਂ ਹੁੰਦਾ ਤੇ ਪ੍ਰਗਟ ਨਹੀਂ ਹੁੰਦਾ। ਖੇਰ ਖਿਥੜਾ ਹੈ ਵਿਸ਼ਵਾਸ ਤੇ। ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ, ਜਾ ਕਰੇ ਦਾ ਵਿਸ਼ਵਾਸ ਪ੍ਰਭ ਆਇਓ, ਤਤ ਗਿਆਨ ਤੇ ਸਮਾਨ ਪ੍ਰਗਟਾਇਓ। ਜੇ ਵਿਸ਼ਵਾਸ ਨਹੀਂ ਆਉਂਦਾ ਤੇ ਪ੍ਰਗਟ ਨਹੀਂ ਹੁੰਦਾ। ਇਸ ਕਰਕੇ ਸਮਝਾਉਂਦੇ ਵੀ ਸਾਨੂੰ ਐਸਾ ਵਿਸ਼ਵਾਸ ਹੋ ਗਿਆ ਕਿ ਹੁਣ ਜਿੱਧਰ ਵੀ ਦੇਖਦੇ ਹਾਂ ਫਿਰ ਤੂੰ ਹੀ ਨਜ਼ਰ ਆਉਂਦਾ ਹੈ। ਕਹਿ ਪੈ ਕਰੂੰ ਅਰਦਾਸ ਬੇਨਤੀ, ਜੋ ਸੁਣ ਤੋ ਹੈ ਰਘੁਰਾਇਓ। ਵੀ ਉਸ ਪ੍ਰਭੂ ਜੋ ਸਾਡੀ ਸੁਣਦਾ ਹੈ। ਕੀ ਸੁਣਦਾ ਹੈ? ਜੋ ਆਪਾਂ ਮਨ ਦੇ ਵਿੱਚ ਵਿਚਾਰ ਲੈਂਦੇ ਹਾਂ, ਜੋ ਇੱਛਾ ਪ੍ਰਗਟ ਹੁੰਦੀ ਹੈ, ਉਸ ਪ੍ਰਭੂ ਨੂੰ ਭੇਤ ਆਉਂਦਾ ਹੈ, ਕਿਉਂਕਿ ਉਹ ਜਾਣਦਾ ਹੈ। ਇਸ ਕਰਕੇ ਕਿਸੇ ਦੇ ਕੋਲ ਅਰਦਾਸ ਬੇਨਤੀ ਹੁਣ ਕਿਉਂ ਕਰੀਏ? ਕਿਉਂਕਿ ਜੇ ਸਾਡੀ ਆਪ ਮਾਲਕ ਸੁਣਦਾ ਹੈ। ਕਿਹਦੇ ਕੋਲ ਜਾ ਕੇ ਅਰਦਾਸ ਕਰੀਏ, ਕਿਹਦੇ ਕੋਲ ਬੇਨਤੀ ਕਰੀਏ, ਜਦ ਆਪ ਪ੍ਰਭੂ ਸਾਡੀ ਸੁਣਦਾ ਹੈ। ਕਿਉਂਕਿ ਹਰ ਥਾਂ ਤੇ ਸਾਨੂੰ ਉਹੀ ਦਿਸਦਾ ਹੈ। ਲਹਿਓ ਸਹਿਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ। ਬਈ ਗੁਰ ਨੇ ਸਾਡੇ ਬੰਧਨ ਤੋੜ ਦਿੱਤੇ। ਤ੍ਰੈ ਗੁਣਾਂ ਦੇ ਵਿੱਚ ਮਨ ਫਸਿਆ ਸੀ ਪਹਿਲਾਂ, ਕਿਉਂਕਿ ਤ੍ਰੈ ਗੁਣਾਂ ਤੋਂ ਸਾਡੇ ਮਨ ਨੂੰ ਆਜ਼ਾਦ ਹੋਣਾ ਬੜਾ ਔਖਾ ਹੈ। ਕਿਉਂਕਿ ਬੰਧਨ ਹੀ ਇੰਨਾ ਸਖਤ ਪਾਇਆ ਹੈ ਕਿ ਅਸੀਂ ਚੌਥੇ ਪਦ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਜਿਨ੍ਹਾਂ ਨੇ ਇਹ ਬੰਧਨ ਤੋੜ ਕੇ ਉਸ ਮਾਲਕ ਨੂੰ ਦੇਖਿਆ ਤੇ ਉਹਨਾਂ ਫਿਰ ਦੱਸਿਆ ਸਾਨੂੰ ਵੀ ਐਸੀ ਬੰਦਸ ਅਸੀਂ ਨਹੀਂ ਕੋਈ ਦੇਖੀ ਜਿੰਨੀ ਉਸ ਪ੍ਰਭੂ ਨੇ ਬੰਦਸ ਪਾਈ ਹੈ। ਪਰ ਜਦੋਂ ਮਿਲਾਪ ਹੋ ਜਾਂਦਾ ਫਿਰ ਸੋਝੀ ਆਉਂਦੀ ਕਿ ਤੂੰ ਤਾਂ ਮਨ ਨੂੰ ਪਾਉਣ ਵਾਲਾ ਹੈ, ਤੂੰ ਤਾਂ ਮਨ ਨੂੰ ਮੋਹਣ ਵਾਲਾ ਹੈ। ਪਰ ਤਾਂ ਬੰਦਸ ਹੀ ਇੰਨੀ ਪਾ ਦਿੱਤੀ ਕਿ ਅਸੀਂ ਤਾਂ ਬਾਹਰੇ ਜਾਈਏ ਉਸ ਵਿਚੋਲੇ ਤੋਂ, ਘੁੰਮ ਬਾਹਰੇ ਜਾਈਏ ਜਿਹਨੇ ਸਾਨੂੰ ਮਿਲਾਪ ਕਰਵਾ ਦਿੱਤਾ। ਨਹੀਂ ਤਾਂ ਤੇਰੀ ਬੰਦਸ ਸੀ ਤੋੜਨੀ ਬੜੀ ਔਖੀ ਸੀ। ਤਾਂ ਐਡੀ ਬੰਦਸ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਵੀ ਅਸੀਂ ਤਾਂ ਉਸ ਤੋਂ ਬਲਿਹਾਰੇ ਜਾਈਏ, ਬਾਹਰੇ ਜਾਈਏ, ਘੁੰਮ ਜਾਈਏ ਉਸ ਮਿੱਤਰ ਤੋਂ, ਉਸ ਵਿਚੋਲੇ ਤੋਂ। ਕਿਹੜਾ ਵਿਚੋਲਾ ਹੈ? ਗੁਰ, ਜਿਹਨੇ ਸਾਨੂੰ ਤੇਰੀ ਪਹਿਚਾਣ ਕਰਵਾ ਦਿੱਤੀ। ਅਸੀਂ ਤਾਂ ਗੁਰ ਤੋਂ ਬਲਿਹਾਰੇ ਜਾਈਏ, ਕਿਉਂਕਿ ਕਿਸੇ ਬੰਦੇ ਤੋਂ ਨਹੀਂ। ਬੰਦਾ ਇਸ ਦੇ ਵਿੱਚ ਨਹੀਂ ਕੁਛ ਕਰ ਸਕਦਾ। ਉਸ ਜੀਵ ਦੁਆਰਾ ਮਾਲਕ ਆਪ ਗੁਰ ਦਿੰਦਾ ਹੈ ਤੇ ਗੁਰ ਸਾਨੂੰ ਪ੍ਰਭੂ ਦੇ ਨਾਲ ਮਿਲਾਉਂਦਾ ਹੈ। ਇਸੇ ਕਰਕੇ ਆਪਾਂ ਉਸ ਗੁਰ ਦੀ ਸਿਫਤ ਸਲਾਹ ਕਰਦੇ ਸਮੇਂ ਉਸ ਨੂੰ ਵਾਹਿਗੁਰੂ ਕਹਿੰਦੇ ਹਾਂ। ਪਰ ਉਸ ਗੁਰ ਨੂੰ ਜਿਹੜਾ ਸਾਨੂੰ ਉਸ ਪ੍ਰਭੂ ਨੂੰ ਮਿਲਾ ਦਿੰਦਾ ਹੈ। ਲਹਿਓ ਸਹਿਸਾ, ਸਹਿਸਾ ਭਰਮ, ਸਹਿਸਾ ਭਰਮ ਖਤਮ ਹੋ ਗਿਆ। ਬੰਧਨ ਗੁਰ ਤੋਰੇ, ਗੁਰ ਨੇ ਬੰਧਨ ਤੋੜ ਦਿੱਤੇ। ਤਾਂ ਸਦਾ ਸਹਿਜ ਸੁਖ ਪਾਇਓ, ਤੇ ਸਹਿਜ ਦੇ ਵਿੱਚ ਪ੍ਰਗਟ ਹੋ ਗਿਆ ਤੇ ਸਦਾ ਉੱਥੇ ਫਿਰ ਸੁਖ ਪ੍ਰਾਪਤ ਹੋਇਆ। ਹੋਣਾ ਸਾ ਸੋਈ ਫੁਨ ਹੋਸੀ, ਸੁਖ ਦੁੱਖ ਕਹਾਂ ਦਿਖਾਇਓ। ਕਹਿੰਦੇ ਹੁਣ ਸੁੱਖ ਦੁੱਖ ਦਾ ਭੇਤ ਹੀ ਨਹੀਂ, ਕਿਉਂਕਿ ਸੁੱਖ ਦੁੱਖ ਸਮ ਹੋ ਗਏ। ਭੇਤ ਆ ਗਿਆ ਵੇ ਜੋ ਹੋਣਾ ਉਹੀ ਹੋਣਾ ਹੈ।
ਉਸਦੇ ਭਾਣੇ ਦੇ ਵਿੱਚ ਹੁੰਦਾ ਹੈ। ਫਿਰ ਸੁੱਖ ਦੁੱਖ ਸਾਨੂੰ ਸਤਾਉਂਦੇ ਨਹੀਂ ਹਨ। ਖੰਡ ਬ੍ਰਹਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਬ੍ਰਹਮੰਡ ਤੇ ਖੰਡ, ਬ੍ਰਹਮੰਡ ਦੇ ਵਿੱਚ ਅਨੇਕਾਂ ਖੰਡ ਨੇ, ਉਹਨਾਂ ਦੇ ਵਿੱਚੋਂ ਇੱਕ ਸਾਡਾ ਸਰੀਰ ਵੀ ਖੰਡ ਹੈ। ਤੇ ਅਸੀਂ ਤੇ ਬ੍ਰਹਮੰਡ ਸਾਰੇ ਉਸ ਪ੍ਰਭੂ ਦੇ ਵਿੱਚ ਹੀ ਬਸਦੇ ਹਾਂ। ਇੱਕੋ ਥਾਂ ਹੈ ਸਾਰਿਆਂ ਦੀ। ਜੋ ਬ੍ਰਹਮੰਡ 'ਚ ਹੈ ਉਹੀ ਸਾਡੇ ਸਰੀਰ ਵਿੱਚ ਵੀ ਹੈ। ਜਿਵੇਂ ਬਾਹਰ ਜੋਤ ਹੈ, ਆਪਣੇ ਸਰੀਰ ਵਿੱਚ ਵੀ ਜੋਤ ਹੈ, ਨੇਤਰਾਂ ਦੇ ਵਿੱਚ। ਤੇ ਸਾਰਾ ਫਿਰ ਗੁਰ ਨੇ ਪਰਦਾ ਪਾਸੇ ਕਰਕੇ ਇਹ ਸਾਰਾ ਦਿਖਾ ਦਿੱਤਾ ਕਿ ਆਪਾਂ ਉਸ ਪ੍ਰਭੂ 'ਚ ਵਸਦੇ ਹਾਂ, ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ। ਕਰੋੜਾਂ ਬ੍ਰਹਮੰਡ ਉਸੇ ਦੇ ਵਿੱਚ ਹੀ ਵਸਦੇ ਹਨ, ਜਿਸ ਨੂੰ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬਰਪੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਜਿੱਥੇ ਸੱਚਖੰਡ ਵਿੱਚ ਨਿਰੰਕਾਰ ਵਸਦਾ ਹੈ, ਦੇਖਦਾ ਹੈ, ਵਿਕਸਦਾ ਹੈ, ਤੇ ਉੱਥੇ ਖੰਡ ਮੰਡਲ ਬ੍ਰਹਮੰਡ ਵੀ ਨੇ ਸੱਚਖੰਡ ਦੇ ਵਿੱਚ। ਤਿੱਥੈ ਲੋ ਲੋ ਆਕਾਰ, ਤੇ ਆਕਾਰ ਵੀ ਲੋਕਾਂ ਦੇ ਉੱਥੇ ਵਸਦੇ ਨੇ। ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖਦਾ ਹੈ, ਵਿਗਸਦਾ ਹੈ, ਪਰ ਕਥਨਾ ਔਖਾ ਹੈ। ਕਿਉਂਕਿ ਕਥਨਾ ਕਦੋਂ ਆਪ ਮਾਲਕ ਜਦੋਂ ਕਥਾਉਂਦਾ ਹੈ ਫਿਰ ਆਪਾਂ ਉਸ ਨੂੰ ਕਥ ਸਕਦੇ ਹਾਂ, ਲੇਕਿਨ ਦੇਖ ਸਕਦੇ ਹਾਂ ਉਸ ਦੀ ਕਥਾ ਉਦੋਂ ਜਦੋਂ ਆਪ ਕਥਾਉਂਦਾ ਹੈ, ਫਿਰ ਕਥ ਸਕਦੇ। ਕਰੜਾ ਹੈ। ਨੌ ਨਿਧ ਨਾਮ ਨਿਦਾਨ ਇਕਠਾਈ, ਤਉ ਬਾਹਰ ਕੈਠੇ ਜਾਇਓ। ਫਿਰ ਉਸ ਥਾਂ ਦਾ ਭੇਤ ਆ ਗਿਆ ਸਾਡੇ ਸਰੀਰ ਦੇ ਵਿੱਚ, ਜਿੱਥੇ ਨੌ ਨਿਧ ਨਾਮ ਹੈ। 10ਵੇਂ ਦੁਆਰ ਦਾ ਭੇਤ ਆ ਗਿਆ, ਜਿੱਥੇ ਨੌ ਨਿਧ ਨਾਮ ਪਿਆ ਹੈ। ਫਿਰ ਮਨ ਬਾਹਰ ਕਾਤੇ ਜਾਏਗਾ, ਕਿਉਂਕਿ ਜਿੱਥੇ ਖਜ਼ਾਨਾ ਹੈ ਉੱਥੇ ਹੀ ਮਨ ਨੇ, ਜਿਹੜਾ ਮਨ ਦਾ ਘਰ ਹੈ ਉੱਥੇ ਹੀ ਮਨ ਨੇ ਵਸਣਾ ਹੈ। ਉਹ ਖਜ਼ਾਨਾ ਮਿਲ ਗਿਆ, ਕਦੇ ਹੁਣ ਬਾਹਰ ਕਾਸ ਤੋਂ ਜਾਏਗਾ ਮਨ। ਨੌ ਨਿਧ ਨਾਮ ਨਿਦਾਨ ਇਕਠਾਈ, ਤੋ ਬਾਹਰ ਕੈਠੇ ਜਾਇਓ। ਬਾਹਰ ਦੀ ਭਟਕਣਾ ਖਤਮ ਹੋ ਜਾਂਦੀ ਹੈ। ਇੱਕ ਹੈ ਕਨਿਕ ਅਨੇਕ ਭਾਤ ਸਾਜੀ, ਬਹੁ ਪ੍ਰਕਾਰ ਰਚਾਇਓ। ਤੇ ਉਸ ਪ੍ਰਭੂ ਨੇ ਜਿਵੇਂ ਇੱਕ ਸੁਨਿਆਰ ਇੱਕੋ ਸੋਨੇ ਦੇ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਾ ਦਿੰਦਾ, ਤਿਆਰ ਕਰ ਦਿੰਦਾ ਹੈ, ਇੱਦਾਂ ਪਰਮੇਸ਼ਰ ਨੇ ਇੱਕੋ ਮਿੱਟੀ ਤੋਂ, ਪੌਣ ਪਾਣੀ ਅਗਨ ਤੋਂ ਇਹ ਵੱਖ ਵੱਖ ਸਰੀਰ ਤਿਆਰ ਕਰ ਦਿੱਤੇ, ਜੂਨਾਂ ਤਿਆਰ ਕਰ ਦਿੱਤੀਆਂ, ਤੇ ਸਾਰਿਆਂ 'ਚ ਇੱਕ ਹੀ ਜੋਤ ਹੈ। ਉੱਦਾਂ ਹੀ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਸਾਜੀ ਹੈ। ਜਿਵੇਂ ਇੱਕ ਸੋਨੇ ਤੋਂ ਜਿਹੜਾ ਸੁਨਿਆਰ ਹੈ ਅਨੇਕਾਂ ਤਰ੍ਹਾਂ ਦੇ ਗਹਿਣੇ ਤਿਆਰ ਕਰ ਦਿੰਦਾ ਹੈ, ਇੱਦਾਂ ਹੀ ਉਸ ਪ੍ਰਕਾਰ ਪਰਮੇਸ਼ਰ ਦੇ ਇਸ ਸੰਸਾਰ ਦੀ ਰਚਨਾ ਕੀਤੀ ਹੈ। ਜਦੋਂ ਭੇਤ ਆ ਜਾਂਦਾ ਹੈ ਕਿ ਸਾਰਿਆਂ 'ਚ ਆ ਬਸਦਾ ਹੈ, ਸਾਰੀ ਉਸ ਦੀ ਰਚਨਾ ਹੈ, ਆਪ ਪਾਲਣਹਾਰ ਹੈ। ਕਹੋ ਨਾਨਕ ਭਰਮ ਗੁਰ ਖੋਈ ਹੈ, ਇਵ ਤਤੈ ਤਤ ਮਿਲਾਇਓ। ਤੇ ਸਮਝਾਉਂਦੇ ਨੇ ਮਹਾਰਾਜ ਕਿ ਗੁਰ ਨੇ ਸਾਡਾ ਭਰਮ ਖਤਮ ਕਰ ਦਿੱਤਾ ਹੈ, ਜੋਤ ਜੋਤ ਦੇ ਵਿੱਚ ਮਿਲਾ ਦਿੱਤੀ ਹੈ, ਤੇ ਹੁਣ ਭਰਮ ਨਹੀਂ ਹੈ, ਕਿਉਂਕਿ ਸਾਡਾ ਮਨ ਵੀ ਪ੍ਰਕਾਸ਼ ਹੋ ਗਿਆ ਤੇ ਪ੍ਰਭੂ ਵੀ ਪ੍ਰਕਾਸ਼ ਹੈ, ਇੱਕ ਰੂਪ ਹੋ ਗਏ। ਕਿਉਂਕਿ ਭਰਮ ਸਾਡਾ ਉਦੋਂ ਦੂਰ ਹੁੰਦਾ ਹੈ ਜਦੋਂ ਸਾਡਾ ਮੁੱਖ ਪ੍ਰਕਾਸ਼ ਹੋ ਜਾਂਦਾ ਹੈ, ਅਸੀਂ ਆਪਣੇ ਪ੍ਰਕਾਸ਼ ਰੂਪ ਨੂੰ ਦੇਖਦੇ ਹਾਂ, ਤੇ ਅੱਗੇ ਪ੍ਰਭੂ ਨੂੰ ਹਰ ਪਾਸੇ ਪ੍ਰਕਾਸ਼ ਰੂਪ ਨੂੰ ਦੇਖਦੇ ਹਾਂ। ਉੱਥੇ ਫਿਰ ਭਰਮ ਜਿਹੜਾ ਦੂਰ ਚਲੇ ਜਾਂਦਾ। ਸੋ ਅਗਲਾ ਸ਼ਬਦ ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਸ਼ਬਦ ਹੈ ਜੋ ਆਪਾਂ ਰੋਜ਼ ਰਾਤ ਨੂੰ ਕੀਰਤਨ ਸੋਲੇ ਦੀ ਬਾਣੀ 'ਚ ਪੜ੍ਹਦੇ ਹਾਂ।
ਕਿਉਂਕਿ ਇੱਕ ਕੀਰਤਨ 16 ਦੇ ਵਿੱਚ ਜਿਹੜਾ ਆਪਣੇ ਨਿਤਨੇਮ ਦੀ ਬਾਣੀ ਦੇ ਵਿੱਚ ਜੋ ਆਉਂਦਾ ਹੈ, ਜੇ ਰਹਿਰਾਸ ਸਾਹਿਬ ਹੈ ਜੋ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾਂ ਹੀ ਜਪਜੀ ਸਾਹਿਬ ਤੋਂ ਅੱਗੇ ਇਹ ਆਉਂਦਾ ਹੈ, ਰਹਿਰਾਸ ਸਾਹਿਬ ਆਉਂਦਾ ਹੈ ਅਤੇ ਕੀਰਤਨ 16 ਆਉਂਦਾ ਹੈ। ਉਸ ਤੋਂ ਬਾਅਦ ਫਿਰ ਤਰਤੀਬ ਦੇ ਨਾਲ ਬਾਣੀ ਸ਼ੁਰੂ ਹੁੰਦੀ ਹੈ। ਇੱਥੇ ਫਿਰ ਸਾਨੂੰ ਜਿਹੜਾ ਹੈ ਉਹੀ ਸ਼ਬਦ ਹੈ, ਇਸ ਦੇ ਵਿੱਚ ਥੋੜ੍ਹਾ ਫਰਕ ਹੈ ਕਿਉਂਕਿ ਉੱਥੇ ਰਹੋ ਪੰਕਤੀਆਂ ਬਾਅਦ ਦੇ ਵਿੱਚ ਆਉਂਦੀਆਂ ਨੇ। ਉੱਥੇ ਪੂਰਬੀ ਮਹੱਲਾ ਆਉਂਦਾ ਹੈ, ਇੱਥੇ ਗੌੜੀ ਮਹੱਲਾ ਪੰਜਵਾਂ ਹੈ। ਉੱਥੇ ਰਾਗ ਗੌੜੀ ਪੂਰਬੀ ਮਹੱਲਾ ਹੁੰਦਾ ਹੈ, ਪਰ ਸ਼ਬਦ ਉਹੀ ਹੈ। ਇਹ ਸ਼ੁਰੂ ਹੁੰਦਾ ਹੈ ਔਦ ਕਟੈ ਦਿਨਸ ਰਹਿ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਰਹੋ ਪੰਕਤੀਆਂ ਨੇ, ਉੱਥੇ ਇਹ ਬਾਅਦ ਵਿੱਚ ਆਉਂਦੀ ਨੇ। ਉੱਥੇ ਸ਼ਬਦ ਸ਼ੁਰੂ ਹੁੰਦਾ ਹੈ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਹੁਣ ਇੱਥੇ ਹੈ ਵੀ ਔਦ ਘਟ ਰਹੀ ਹੈ, ਮਨ ਨੂੰ ਸਮਝਾਉਂਦੇ ਨੇ ਕਿ ਤੇਰੀ ਔਦ ਉਮਰ ਘਟ ਰਹੀ ਹੈ ਦਿਨ ਰਾਤ ਕਰਕੇ। ਦਿਨ ਬੀਤ ਗਿਆ, 4 ਪਹਿਰ ਦਿਨ ਬੀਤ ਜਾਂਦਾ ਹੈ, 4 ਪਹਿਰ ਰਹਿਣ ਆਉਂਦੀ ਹੈ। ਇੱਦਾਂ ਕਰਕੇ ਸਾਡੇ ਜਿਹੜੇ ਸਵਾਸਾਂ ਦੀ ਗਿਣਤੀ ਘਟਦੀ ਜਾਂਦੀ ਹੈ, ਸਮਾਂ ਘਟਦਾ ਜਾਂਦਾ, ਉਮਰ ਸਾਡੀ ਆਪਾਂ ਜੀਵਨ ਨੂੰ ਲੱਗਦਾ ਹੈ ਕਿ ਅਸੀਂ ਵੱਡੇ ਹੁੰਦੇ ਜਾਂਦੇ, ਉਮਰ ਵੱਧਦੀ ਹੈ, ਲੇਕਿਨ ਸਾਡੀ ਉਮਰ ਜਨਮ ਜਦੋਂ ਹੋ ਜਾਂਦਾ ਉਸ ਤੋਂ ਬਾਅਦ ਹਰ ਰੋਜ਼ ਘਟਣੀ ਸ਼ੁਰੂ ਹੋ ਜਾਂਦੀ ਹੈ। ਹਰ ਰੋਜ਼ ਸਾਡਾ ਹਰ ਸਵਾਸ ਲੈਣ ਦੇ ਨਾਲ ਇੱਕ ਸਵਾਸ ਸਾਡਾ ਘਟਦਾ ਜਾਂਦਾ ਹੈ। ਇੱਦਾਂ ਦਿਨ ਘਟਦੇ ਜਾਂਦੇ ਨੇ, ਘੜੀਆਂ ਘਟਦੀਆਂ ਜਾਂਦੀਆਂ ਨੇ। ਇੱਦਾਂ ਮੇਰਾ ਸਮਝਾਉਂਦੇ ਨੇ ਔਦ ਘਟੈ ਦਿਨ ਰਹਿ ਨਾਰੇ, ਵੀ ਦਿਨ ਰਾਤ ਤੇਰੀ ਔਦ ਘਟ ਰਹੀ ਹੈ। ਮਨ ਗੁਰ ਮਿਲ ਕਾਜ ਸਵਾਰੇ, ਹੇ ਮਨ ਤੂੰ ਗੁਰ ਨੂੰ ਮਿਲ ਕੇ ਆਪਣਾ ਕਾਜ ਸਵਾਰ, ਕਿਉਂਕਿ ਤੇਰਾ ਸਮਾਂ ਘਟਦਾ ਜਾਂਦਾ ਹੈ, ਉਮਰ ਘਟਦੀ ਜਾ ਰਹੀ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਵੀ ਬੇਨਤੀ ਕਰਦਾ, ਗੁਰੂ ਸਾਹਿਬ ਬੇਨਤੀ ਕਰਦੇ ਨੇ, ਮਨ ਨੂੰ ਮਿੱਤਰ ਕਹਿ ਕੇ ਸੰਬੋਧਨ ਕਰਦੇ ਨੇ ਕਿ ਹੇ ਮੇਰੇ ਮਿੱਤਰ ਸੁਣ ਮੇਰੀ ਬੇਨਤੀ ਨੂੰ, ਮੈਂ ਤੈਨੂੰ ਬੇਨਤੀ ਕਰਦਾ ਹਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਵੀ ਇਹ ਜਿਹੜਾ ਬੇਲਾ ਹੈ ਇਹ ਸੰਤ ਦੀ ਟਹਿਲ ਦਾ ਬੇਲਾ ਹੈ। ਸੰਤ ਦੀ ਟਹਿਲ ਕੀ ਹੈ? ਸੰਤ ਦੀ ਸੇਵਾ ਕਰਨ ਦਾ ਵੇਲਾ ਹੈ। ਸੰਤ ਦੀ ਸੇਵਾ ਨਾਮ ਧਿਆਉਣਾ। ਕਹਿਣ ਤੋਂ ਭਾਵ ਜੇ ਆਪਾਂ ਸਿੱਧਾ ਇਸ ਨੂੰ ਸਮਝ ਲਈਏ ਕਿ ਆਹ ਵੇਲਾ ਨਾਮ ਧਿਆਉਣ ਦਾ ਹੈ, ਸੰਤਾਂ ਦਾ ਸੰਗ ਕਰਕੇ। ਕਿਉਂਕਿ ਸਮਝਾਉਂਦੇ ਨੇ ਸਤਿਗੁਰੂ ਸੰਤ ਕੀ ਸੇਵਾ ਨਾਮ ਧਿਆਈ ਹੈ, ਨਾਮ ਤੁਲ ਕਾ ਸ਼ਬਰ ਨਾ ਹੋਏ। ਕਿਉਂਕਿ ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ। ਇਸ ਕਰਕੇ ਸੰਤਾਂ ਦਾ ਸੰਗ ਕਰਕੇ ਨਾਮ ਧਿਆਉਣ ਦਾ ਇਹ ਵੇਲਾ ਹੈ। ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਵੀ ਇੱਥੇ ਲਾਹਾ ਖੱਟ ਕੇ ਜਾਈਏ, ਅੱਗੇ ਸੁਹੇਲੇ ਹੋ ਜਾਵਾਂਗੇ। ਅੱਗੇ ਫਿਰ ਸਾਨੂੰ ਮੋਕਸ਼ ਪ੍ਰਾਪਤ ਹੋ ਜਾਏਗੀ ਅਤੇ ਅਸੀਂ ਸੁਖੀ ਰਹਾਂਗੇ। ਕਿਉਂਕਿ ਦੁੱਖ ਕਿਹਦੇ ਨਾਲ ਹੈ? ਦੁੱਖ ਕਿੱਥੇ ਹੈ? ਮਨ ਨੂੰ। ਜਦੋਂ ਮਨ ਸੰਸਾਰ ਦੇ ਵਿੱਚ ਆਉਂਦਾ ਹੈ, ਜੂਨਾਂ ਦੇ ਵਿੱਚ ਆਉਂਦਾ ਹੈ। ਜਿਵੇਂ ਆਪਣਾ ਮਨ ਹੈ, ਆਪਾਂ ਰਾਤ ਨੂੰ ਸੌਂ ਜਾਂਦੇ ਹਾਂ, ਸਰੀਰ ਨੂੰ ਭੁੱਲ ਜਾਂਦੇ, ਸੰਸਾਰ ਨੂੰ ਭੁੱਲ ਜਾਂਦੇ, ਮਨ ਆਨੰਦ ਵਿੱਚ ਚਲੇ ਜਾਂਦਾ ਹੈ ਅਤੇ ਸਵੇਰੇ ਉੱਠਣ ਨੂੰ ਇੱਛਾ ਨਹੀਂ ਕਰਦੀ ਕਿ ਹੋਰ ਪੈ ਰਹੀਏ, ਹੋਰ ਸੁੱਤੇ ਰਹੀਏ, ਕਿਉਂਕਿ ਸੌਂ ਕੇ ਆਨੰਦ ਹੈ। ਜਦੋਂ ਮਨ ਜਾਗਦਾ ਹੈ, ਇਸ ਮਾਇਆ ਵਿੱਚ ਆ ਜਾਂਦਾ ਹੈ ਅਤੇ ਮਨ ਦੁਖੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਉਂ-ਜਿਉਂ ਫਿਰ ਦਿਨ ਚੜ੍ਹਦਾ ਹੈ, ਕੰਮਾਂ ਕਾਰਾਂ ਦੇ ਵਿੱਚ ਫਸਦਾ ਹੈ, ਸ਼ਾਮ ਤੱਕ ਇੰਨੇ ਕਲੇਸ਼ਾਂ 'ਚ ਪੈ ਜਾਂਦਾ ਹੈ ਕਿ ਫਿਰ ਇਹ ਥੱਕ ਜਾਂਦਾ ਹੈ। ਫਿਰ ਲੋਚਦਾ ਹੈ ਕਿ ਸੰਸਾਰ ਨੂੰ ਛੱਡੀਏ, ਸੋਈਏ, ਆਨੰਦ ਦੇ ਵਿੱਚ ਜਾਈਏ। ਅਤੇ ਇੱਦਾਂ ਹੀ ਜੇ ਅਸੀਂ ਨਾਮ ਧਿਆਵਾਂਗੇ, ਫਿਰ ਸਾਨੂੰ ਸਰੀਰ ਨਹੀਂ ਮਿਲੇਗਾ, ਜੂਨੀ ਨਹੀਂ ਮਿਲੇਗੀ। ਹੁਣ ਤਾਂ ਆਪਾਂ ਮਨੁੱਖਾ ਜਨਮ ਦੇ ਵਿੱਚ ਹਾਂ, ਇਸ ਦੇ ਵਿੱਚ ਵੀ ਜੀਵ ਕਿੰਨਾ ਦੁਖੀ ਹੈ
ਤੇ ਜਿਹੜੀਆਂ ਦੂਜੀਆਂ ਜੂਨਾਂ ਨੇ ਉਹਨਾਂ ਦੇ ਵਿੱਚ ਕਿੰਨਾ ਦੁੱਖ ਹੋਏਗਾ। ਕੋਈ ਤਕਲੀਫ ਹੈ ਕਿਸੇ ਨੂੰ ਦੱਸ ਨਹੀਂ ਸਕਦਾ, ਕੋਈ ਇਲਾਜ ਨਹੀਂ ਕਰਵਾਉਂਦਾ, ਕੋਈ ਰੋਟੀ ਨਹੀਂ ਦਿੰਦਾ, ਉੱਥੇ ਕਿੰਨਾ ਦੁੱਖ ਹੈ। ਰਹਿਣ ਨੂੰ ਮਕਾਨ ਨਹੀਂ ਹੈ, ਇਸ ਕਰਕੇ ਕੱਪੜਾ ਨਹੀਂ ਪਹਿਨਣ ਨੂੰ। ਇਸ ਕਰਕੇ ਮੇਰਾ ਸਮਝਾਉਂਦੇ ਨੇ ਵੀ ਹੁਣ ਲਾਹਾ ਖੱਟ ਕੇ ਚੱਲੀਏ, ਫਿਰ ਅੱਗੇ ਤੁਸੀਂ ਸੁਹੇਲੇ ਹੋ ਜਾਓਗੇ, ਪਰਲੋਕ ਦੇ ਵਿੱਚ ਤੁਸੀਂ ਸੁਹੇਲੇ ਹੋ ਜਾਓਗੇ, ਸੁਖੀ ਹੋ ਜਾਓਗੇ। ਦੁਬਾਰਾ ਜੂਨਾਂ ਦੇ ਵਿੱਚ ਭਟਕਣਾ ਨਹੀਂ ਪਏਗਾ, ਦੁਬਾਰਾ ਸਰੀਰ ਨਹੀਂ ਮਿਲੇਗਾ। ਇਹ ਸੰਸਾਰ ਬੇਕਾਰ ਸਹਿਸੇ ਮੈਂ, ਤਰਿਓ ਬ੍ਰਹਮ ਗਿਆਨੀ। ਵੀ ਜਿਹੜਾ ਇਹ ਸੰਸਾਰ ਹੈ ਸਾਰਾ ਹੀ ਬੇਕਾਰਾਂ ਦੇ ਸਹਿਸੇ, ਬੇਕਾਰਾਂ ਦੇ ਭਰਮਾਂ ਦੇ ਵਿੱਚ ਪਿਆ ਹੈ, ਵਿਚਾਰਾਂ ਦੇ ਵਿੱਚ ਪਿਆ ਹੋਇਆ ਹੈ। ਇੱਥੋਂ ਸੰਸਾਰ 'ਚੋਂ ਕੌਣ ਨਿਕਲਦਾ ਹੈ? ਜਿਸ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ। ਬ੍ਰਹਮ ਦਾ ਗਿਆਨ ਕੋਈ ਇਹ ਨਹੀਂ ਕਿਹਾ, ਜਿਸ ਨੂੰ ਆਪਣੀ ਜੋਤ ਦਾ ਸੋਝੀ ਆ ਜਾਂਦੀ, ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ, ਜੋ ਉਸ ਨੂੰ ਜਾਣ ਲੈਂਦਾ ਹੈ। ਕਿਉਂਕਿ ਅੱਜ ਸੰਸਾਰ ਦੇ ਵਿੱਚ ਆਪਾਂ ਬ੍ਰਹਮ ਗਿਆਨੀ ਸਮਝ ਲੈਂਦੇ ਹਾਂ ਕਿ ਕੁਛ ਆਉਣ ਵਾਲੀਆਂ ਗੱਲਾਂ ਦੱਸ ਦਿੰਦਾ ਹੈ, ਬਹੁਤ ਕੁਛ ਆਪਾਂ ਨੂੰ ਪੇਸ਼ ਕੀਤਾ ਜਾਂਦਾ ਹੈ ਵੀ ਇੱਦਾਂ। ਫਿਰ ਬ੍ਰਹਮ ਗਿਆਨੀ ਬਹੁਤ ਸਾਰੇ ਆਪਾਂ ਬ੍ਰਹਮ ਗਿਆਨੀ ਮੰਨਦੇ ਵੀ ਹਾਂ, ਲੇਕਿਨ ਜਿਹਨੂੰ ਬ੍ਰਹਮ ਆਪਣਾ ਗਿਆਨ ਕਰਵਾ ਦਿੰਦਾ ਹੈ, ਜਿਸ ਸੁੱਤੇ ਮਨ ਨੂੰ ਜਗਾ ਕੇ ਆਪਣਾ ਭੇਦ ਦਿੰਦਾ ਹੈ, ਉਹ ਫਿਰ ਇਸ ਸੰਸਾਰ ਸਾਗਰ 'ਚੋਂ ਤਰਦਾ ਹੈ। ਇਹ ਸੰਸਾਰ ਬੇਕਾਰ ਸੰਸੇ ਸਹਿਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਏ ਹਰ ਰਸ। ਵੀ ਜਿਹੜੇ ਸੁੱਤੇ ਪਏ ਮਨ ਨੂੰ ਜਗਾਉਂਦਾ ਹੈ, ਫਿਰ ਹਰੀ ਆਪਣਾ ਰਸ ਪਿਲਾਉਂਦਾ ਹੈ। ਅਕਥ ਕਥਾ ਤਿਨ ਜਾਨੀ। ਫਿਰ ਉਹ ਅਕਥ ਕਥਾ ਨੂੰ ਜਾਣਦਾ ਹੈ, ਉਸ ਨੂੰ ਜਨਾਉਂਦਾ ਹੈ, ਉਸ ਨੂੰ ਆਪਣਾ ਗਿਆਨ ਕਰਾਉਂਦਾ ਹੈ, ਫਿਰ ਉਸ ਨੂੰ ਭੇਦ ਦਿੰਦਾ ਹੈ। ਉਹੀ ਤਰਦਾ ਹੈ, ਨਹੀਂ ਤਾਂ ਤ੍ਰੈਗੁਣਾਂ ਦੇ ਵਿੱਚ ਹੀ ਸੰਸਾਰ ਜਿਹੜਾ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨਹਿ ਬਸੇਰਾ। ਵੀ ਜਿਸ ਵਾਸਤੇ ਆਪਾਂ ਆਏ ਹਾਂ, ਇਹ ਜੀਵਨ ਮਿਲਿਆ ਹੈ ਸਾਡੇ ਮਨ ਨੂੰ, ਇਹ ਮਨੁੱਖਾਂ ਦੇ ਹੀ ਮਿਲੀ ਹੈ। ਜਿਸ ਵਾਸਤੇ ਆਪਾਂ ਆਏ ਹਾਂ ਉਸ ਨੂੰ ਵਿਹਾਜਣਾ ਹੈ, ਉਸ ਨੂੰ ਪ੍ਰਾਪਤ ਕਰਨਾ ਹੈ। ਉਹ ਕਿਵੇਂ ਹੋਏਗਾ? ਹਰ ਗੁਰ ਤੇ ਮਨਹਿ ਬਸੇਰਾ। ਆਪਾਂ ਹਰੀ ਨੂੰ ਮਿਲਣ ਵਾਸਤੇ ਆਏ ਹਾਂ, ਉਹ ਗੁਰ ਦੁਆਰਾ ਸਾਡੇ ਮਨ ਵਿੱਚ ਵਸੇਗਾ। ਉਸ ਨੂੰ ਮਿਲਣ ਵਾਸਤੇ ਗੁਰ ਲੈਣਾ ਪੈਂਦਾ ਹੈ। ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਭਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਵੀ ਗੁਰ ਲੈ ਕੇ ਤੁਸੀਂ ਨਿਜ ਘਰ ਦੇ ਵਿੱਚ, ਨਿਜ ਘਰ ਨੂੰ ਪ੍ਰਾਪਤ ਕਰੋ, ਨਿਜ ਮਹਿਲ ਦੇ ਵਿੱਚ ਵਾਸਾ ਕਰੋ, ਜਿੱਥੇ ਸੁੱਖ ਨੇ, ਜੋ ਸਹਿਜ ਘਰ ਹੈ, ਚੌਥਾ ਪਦ ਹੈ। ਜਿਸ ਕਾਰਜ ਵਾਸਤੇ ਆਏ ਹਾਂ ਉਹ ਕਿੱਥੇ ਹੈ? ਨਿਜ ਘਰ, ਨਿਜ ਮਹਿਲ। ਦੁਬਾਰਾ ਸਾਡਾ ਫੇਰਾ ਨਹੀਂ ਹੋਏਗਾ, ਦੁਬਾਰਾ ਸਾਨੂੰ ਭਵਜਲ ਦੇ ਵਿੱਚ ਨਹੀਂ ਆਉਣਾ ਪਏਗਾ। ਬਹੁਰ ਨਾ ਹੋਏਗੋ ਫੇਰਾ। ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਫਿਰ ਉਹ ਪ੍ਰਭੂ ਅੰਤਰਜਾਮੀ ਹੈ। ਜਦੋਂ ਅਸੀਂ ਉਸ ਤੋਂ ਮੰਗਦੇ ਹਾਂ, ਉਹ ਫਿਰ ਸਾਡੀ ਸ਼ਰਧਾ ਪੂਰੀ ਕਰਦਾ ਹੈ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਤੇ ਉਸ ਤੇ ਅੱਗੇ ਫਿਰ ਬੇਨਤੀ ਕਰਦੇ ਹਾਂ ਕਿ ਇੱਕ ਹੀ ਸੁੱਖ ਅਸੀਂ ਮੰਗਦੇ ਹਾਂ ਕਿ ਜਿਹੜੇ ਤੇਰੇ ਸੰਤ ਜਨ ਨੇ, ਜਿਨ੍ਹਾਂ ਨੂੰ ਤੂੰ ਜਨਾ ਦਿੱਤਾ ਹੈ, ਜਿਨ੍ਹਾਂ ਦੀ ਸੇਵਾ ਦੇ ਵਾਸਤੇ ਤੂੰ ਸਾਨੂੰ ਉਪਦੇਸ਼ ਕਰ ਰਿਹਾ ਹੈ, ਉਹਨਾਂ ਦਾ ਸਾਨੂੰ, ਉਹਨਾਂ ਦੇ ਬਚਨਾਂ ਦਾ ਸਾਨੂੰ ਵੀ ਗਿਆਨ ਬਖਸ਼ਿਸ਼ ਕਰਵਾ। ਸਾਨੂੰ ਵੀ ਉਹਨਾਂ ਦੀ ਧੂਰੀ ਬਖਸ਼ਿਸ਼ ਕਰ। ਧੂਰੀ ਕੀ ਹੈ? ਸੰਤਾਂ ਦੇ, ਉਹਨਾਂ ਦੇ ਬਚਨ, ਗੁਰ ਦਾ ਗਿਆਨ। ਵੀ ਸਾਨੂੰ ਵੀ ਐਸੇ ਸੰਤਾਂ ਦੀ ਧੂਰੀ ਬਖਸ਼ਿਸ਼ ਕਰ। ਇਹੀ ਅਸੀਂ ਸੁੱਖ ਮੰਗਦੇ ਹਾਂ, ਕਿਉਂਕਿ ਅਸੀਂ ਵੀ ਸੰਤਾਂ ਦੀ ਸੇਵਾ ਕਰਕੇ
ਜਿਸ ਕਾਰਜ ਨੂੰ ਮਨੁੱਖਾ ਜਨਮ ਮਿਲਿਆ ਹੈ ਉਸ ਕਾਰਜ ਨੂੰ ਆਪਾਂ ਪੂਰਾ ਕਰ ਲਈਏ। ਇਹ ਫਿਰ ਸੰਤ ਜਨਾਂ ਦੇ ਜਿਹੜੇ ਬਚਨ ਨੇ ਉਹੀ ਸੰਤਾਂ ਦੀ ਤੂਰੀ ਹੈ। ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਗੌੜੀ ਮਹੱਲਾ ਪੰਜਵਾਂ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਤੇ ਮੰਗਦੇ ਹਾਂ ਉਸ ਪ੍ਰਭੂ ਤੋਂ। ਸੰਤਾਂ ਦਾ ਸੰਗ ਕਰਦੇ, ਸੰਤ ਗਿਆਨ ਦਿੰਦੇ ਨੇ, ਤੇ ਆਪਾਂ ਮੰਗਣਾ ਕੀ ਹੈ ਮਾਲਕ ਤੋਂ ਕਿ ਹੇ ਮੇਰੇ ਪਿਤਾ। ਪਿਤਾ ਕੌਣ ਹੈ ਸਾਡਾ? ਹਰੀ। ਹਰ ਆਪੇ ਮਾਤਾ ਆਪੇ ਪਿਤਾ। ਇਸ ਕਰਕੇ ਆਪਾਂ ਪ੍ਰਭੂ ਤੋਂ ਹੀ ਮੰਗਣਾ ਹੈ, ਉਸੇ ਨੂੰ ਆਪਣਾ ਪਿਤਾ ਮੰਨਦੇ ਹਾਂ। ਰਾਖ ਪਿਤਾ ਪ੍ਰਭ ਮੇਰੇ, ਹੇ ਮੇਰੇ ਪਿਤਾ ਪ੍ਰਭੂ ਮੈਨੂੰ ਰਾਖੋ। ਮੋਹਿ ਨਿਰਗੁਣ ਸਭ ਗੁਣ ਤੇਰੇ। ਵੀ ਮੈਂ ਤਾਂ, ਮੇਰੇ 'ਚ ਕੋਈ ਗੁਣ ਨਹੀਂ ਹੈ। ਨਿਰਗੁਣ ਪਰਮੇਸ਼ਰ ਨੂੰ ਵੀ ਕਹਿ ਦਿੱਤਾ ਹੈ। ਪਰਮੇਸ਼ਰ ਦੇ ਦੋ ਰੂਪ ਨੇ, ਇੱਕ ਨਿਰਗੁਣ ਇੱਕ ਸਰਗੁਣ। ਤੇ ਨਿਰਗੁਣ ਦਾ ਇਹ ਵੀ ਹੁੰਦਾ ਕਿ ਮੇਰੇ 'ਚ ਕੋਈ ਗੁਣ ਨਹੀਂ, ਗੁਣਾਂ ਤੋਂ ਰਹਿਤ ਹਾਂ। ਜਿਵੇਂ ਪਰਮੇਸ਼ਰ ਤ੍ਰੈ ਗੁਣਾਂ ਤੋਂ ਰਹਿਤ ਚੌਥਾ ਪਦ ਹੈ, ਇੱਦਾਂ ਸਾਡੇ ਕੋਲ ਜੇ ਉਸ ਪ੍ਰਭੂ ਨੂੰ ਜਾਣਨ ਦੇ ਗੁਣ ਨਹੀਂ, ਹੋਰ ਕਿੰਨੇ ਹੀ ਗੁਣ ਹੋਣ ਸਾਡੇ ਕੋਲ। ਗੁਰਬਾਣੀ ਅਨੁਸਾਰ ਸਭ ਔਗਣ ਨੇ, ਤੇ ਇੱਕ ਪਰਮੇਸ਼ਰ ਦੇ ਵੱਲੋਂ ਦਿੱਤਾ ਗੁਣ ਹੀ ਅਸਲੀ ਗੁਣ ਹੈ। ਉਸ ਤੋਂ ਬਿਨਾਂ ਸਭ ਔਗਣ ਨੇ। ਸਭ ਗੁਣ ਤੇਰੇ ਮੈਂ ਨਾਹੀਂ ਕੋਇ, ਬਿਨ ਗੁਣ ਕੀਤੇ ਭਗਤ ਨਾ ਹੋਏ। ਉਸ ਪ੍ਰਭੂ ਦੇ ਕੋਲ ਸਾਰੇ ਗੁਣ ਨੇ ਤੇ ਸਾਡੇ ਕੋਲ ਔਗਣ ਨੇ। ਅਸੀਂ ਗੁਣਾਂ ਤੋਂ ਰਹਿਤ ਹਾਂ, ਨਿਰਗੁਣ ਹਾਂ। ਹੇ ਪ੍ਰਭੂ, ਹੇ ਪਿਤਾ, ਮੇਰੇ ਪਿਤਾ ਤੂੰ ਮੈਨੂੰ ਰੱਖ ਲੈ, ਕਿਉਂਕਿ ਮੇਰੇ ਕੋਲ ਤਾਂ ਕੋਈ ਗੁਣ ਨਹੀਂ ਹੈ ਤੇ ਤੇਰੇ ਕੋਲ ਸਾਰੇ ਗੁਣ ਨੇ। ਤੂੰ ਮੈਨੂੰ ਗੁਣਾਂ ਬਖਸ਼ਿਸ਼ ਕਰ। ਰਹਾਓ। ਪੰਜ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਇਹ ਪੰਜ ਵਿਖਾਦੀ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਬੜੇ ਤਾਕਤਵਰ ਵੀ ਨੇ ਤੇ ਮੈਂ ਇੱਕ ਗਰੀਬ ਹਾਂ, ਇਕੱਲਾ ਹਾਂ। ਇਸ ਕਰਕੇ ਤੁਸੀਂ ਹੀ ਮੈਨੂੰ ਰੱਖੋ। ਤੁਸੀਂ ਰੱਖਣਹਾਰ ਹੋ, ਤੁਸੀਂ ਸਮਰੱਥ ਹੋ, ਤੁਸੀਂ ਆਪ ਮੈਨੂੰ ਰੱਖੋ, ਕਿਉਂਕਿ ਮੈਂ ਇਕੱਲਾ ਹਾਂ ਤੇ ਇਹ ਪੰਜ ਵਿਖਾਦੀ ਨੇ। ਮੈਂ ਇਹਨਾਂ ਤੋਂ ਬਚ ਨਹੀਂ ਸਕਦਾ। ਤੁਸੀਂ ਮੇਰੀ ਰਖਵਾਲੀ ਕਰੋ। ਖੇਦ ਕਰੇ ਔਰ ਬਹੁਤ ਸੰਤਾਪ ਹੈ, ਆਇਓ ਸਨ ਤੁਹਾਰੇ। ਇਹ ਮੈਨੂੰ ਬੜੇ ਦੁੱਖ ਦਿੰਦੇ ਨੇ, ਇਹ ਬੜੇ ਸਤਾਉਂਦੇ ਨੇ ਮੈਨੂੰ। ਇਸ ਕਰਕੇ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਤੇਰੇ ਦੁਆਰੇ 'ਤੇ ਆਇਆ ਹਾਂ। ਤੁਸੀਂ ਮੈਨੂੰ ਇਹਨਾਂ ਤੋਂ ਮੇਰੀ ਰਾਖੀ ਕਰੋ, ਮੈਨੂੰ ਇਹਨਾਂ ਤੋਂ ਰੱਖੋ, ਕਿਉਂਕਿ ਮੇਰੇ 'ਚ ਇੰਨੇ ਗੁਣ ਨਹੀਂ ਹਨ। ਕਰ ਕਰ ਹਾਰਿਓ ਅਨਿਕ ਬਹੁ ਭਾਤੀ, ਛੋੜੈ ਕਤਹੁ ਨਾਹੀਂ। ਮੈਂ ਤਾਂ ਬਹੁਤ ਸਾਰੇ ਤਰੀਕੇ ਵਰਤ ਕੇ ਦੇਖ ਲਏ, ਅਨੇਕ ਪੰਥ ਦੁਆਰਾ ਸੀ। ਮੈਂ ਇਹਨਾਂ ਨੂੰ ਤੋਂ ਬਚਣ ਦਾ ਤਰੀਕਾ ਵਰਤ ਕੇ ਦੇਖ ਲਿਆ, ਪਰ ਇਹ ਮੈਨੂੰ ਛੱਡਦੇ ਨਹੀਂ। ਛੋੜੈ ਕਤਹੁ ਨਾਹੀਂ, ਵੀ ਇਹ ਨਹੀਂ ਮੈਨੂੰ ਛੱਡਦੇ। ਮੈਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਲਈ, ਬਹੁਤ ਸਾਰੇ ਤਰੀਕੇ ਵਰਤ ਕੇ ਦੇਖੇ, ਪਰ ਇਹ ਮੈਨੂੰ ਨਹੀਂ ਛੱਡਦੇ। ਏਕ ਬਾਤ ਸੁਨ ਤਾਕੀ ਓਟਾ, ਸਾਧ ਸੰਗ ਮਿਟ ਜਾਹੀ। ਫਿਰ ਪਤਾ ਲੱਗਿਆ ਇੱਕ ਬਾਤ ਕਿ ਸਾਧੂ ਜਨਾਂ ਦਾ ਸੰਗ ਕਰਨ ਦੇ ਨਾਲ ਇਹ ਮਿਟ ਜਾਂਦੇ ਨੇ, ਇਹ ਛੱਡ ਦਿੰਦੇ ਨੇ। ਫਿਰ ਹੁਣ ਤੇਰੀ ਓਟ ਤੱਕੀ ਹੈ, ਸਾਧੂ ਜਨਾਂ ਦਾ ਗਿਆਨ ਲੈ ਕੇ ਤੇਰੀ ਓਟ ਤੱਕੀ ਹੈ, ਕਿਉਂਕਿ ਪਹਿਲਾਂ ਮੈਂ ਦੇਖ ਲਿਆ ਕਰਕੇ ਮੈਂ ਛੁੱਟ ਨਹੀਂ ਸਕਿਆ। ਫਿਰ ਇੱਕ ਬਾਤ ਮੈਨੂੰ ਪਤਾ ਚੱਲੀ ਕਿ ਸਾਧੂ ਜਨਾਂ ਦਾ ਸੰਗ ਕਰਕੇ ਵੀ ਇਹ ਮਿਟ ਜਾਂਦੇ ਨੇ, ਜਿਹੜੇ ਪੰਜ ਵਿਖਾਦੀ ਨੇ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਫਿਰ ਕਿਰਪਾ ਕੀਤੀ ਮਾਲਕ ਨੇ, ਵੀ ਫਿਰ ਮੈਨੂੰ ਸੰਤ ਮਿਲੇ। ਉਹਨਾਂ ਨੇ ਫਿਰ ਜੋ ਗਿਆਨ ਦਿੱਤਾ ਉਸ ਦੇ ਨਾਲ ਧੀਰਜ ਪ੍ਰਾਪਤ ਹੋਈ। ਕੀ ਗਿਆਨ ਦਿੱਤਾ? ਸੰਤ
ਸੰਤੀ ਮੰਤ ਦਿਓ ਮੋਹਿ ਨਿਰਭਉ, ਵੀ ਮੈਨੂੰ ਉਹ ਮੰਤਰ ਦਿੱਤਾ ਜਿਹੜਾ ਨਿਰਭਉ ਹੈ, ਜਿਹੜਾ ਗੁਰ ਨਿਰਭਉ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਉਂਕਿ ਉਹ ਮੰਤਰ ਜਿਹੜਾ ਹੈ ਉਹ ਨਿਰਭਉ ਹੈ, ਨਿਰਵੈਰ ਹੈ। ਉਸ ਮੰਤਰ ਨੂੰ ਸਾਰੇ ਧਰਮ ਉਸ ਨੂੰ ਦ੍ਰਿੜ ਕਰ ਸਕਦੇ ਨੇ, ਕਿਉਂਕਿ ਕਿਸੇ ਨੂੰ ਉਸ ਦੇ ਵਿੱਚ ਦਵੈਤ ਨਹੀਂ ਦਿਸੇਗੀ। ਉਹ ਕੋਈ ਅੱਖਰੀ ਨਹੀਂ ਹੈ, ਉਹ ਕਿਸੇ ਨਾਮ ਦੇ ਵਿੱਚ ਨਹੀਂ ਹੈ, ਉਹ ਸਿਰਫ ਧਿਆਨ ਮਾਰਗ ਹੈ, ਜੋ ਕਿ ਆਪਣੇ ਆਪ ਨਾਲ ਹੀ ਜੁੜਨਾ, ਆਪਣੇ ਅੰਦਰ ਦਾ ਹੀ ਗਿਆਨ ਹੈ ਸਾਰਾ, ਕਿਸੇ ਦੂਜੇ ਦਾ ਨਹੀਂ, ਆਪਣੇ ਸਰੀਰ ਦਾ ਹੀ ਗਿਆਨ ਹੈ, ਆਪਣੇ ਕਾਇਆ ਦਾ ਗਿਆਨ ਹੈ, ਆਪਣੇ 10 ਦੁਆਰਾਂ ਦਾ ਗਿਆਨ ਹੈ। ਤੇ ਉਹ ਗਿਆਨ ਹੈ ਜਿਹੜਾ ਨਿਰਭਉ ਹੈ, ਉਹ ਗੁਰ ਸ਼ਬਦ ਹੈ। ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ। ਵੀ ਉਹਨਾਂ ਨੇ ਫਿਰ ਗੁਰ ਦਾ ਸ਼ਬਦ ਦਿੱਤਾ, ਉਹ ਅਸੀਂ ਕਮਾਇਆ, ਉਹਦੇ ਦੁਆਰਾ ਫਿਰ ਮਨ ਨੂੰ ਧੀਰਜ ਆਈ, ਮਨ ਆਨੰਦ ਵਿੱਚ ਆਇਆ। ਜੀਤ ਲਏ ਉਹ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ। ਫਿਰ ਜਦੋਂ ਇਹ ਗਿਆਨ ਲਿਆ, ਗੁਰ ਦੇ ਸ਼ਬਦ ਨੂੰ ਕਮਾਇਆ, ਫਿਰ ਉਹ ਜਿਹੜੇ 5 ਵਿਖਾਦੀ ਸੀ, ਜਿਹੜੇ ਮਨ ਨੂੰ ਦੁੱਖ ਦਿੰਦੇ ਸੀ, ਸਤਾਉਂਦੇ ਸੀ, ਉਹ ਫਿਰ ਜਿੱਤ ਲਏ ਮਨ ਨੇ। ਕਿਵੇਂ ਜਿੱਤੇ? ਸਹਿਜ ਦੀ ਬਾਣੀ, ਜਿਹੜੀ ਨਿਰਭਉ ਦੀ ਬਾਣੀ ਹੈ, ਜਿਹੜੀ ਸੁਹੇਲੀ ਬਾਣੀ ਹੈ, ਜਿਹਨੂੰ ਸੁਹੇਲਾ ਸ਼ਬਦ ਵੀ ਕਹਿੰਦੇ ਹਨ। ਇਹ ਸੁਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ। ਉਸ ਬਾਣੀ ਦੁਆਰਾ ਇਹਨਾਂ 5 ਨੂੰ ਫਿਰ ਜਿੱਤ ਲਿਆ। ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ। ਗੁਰ ਦਾ ਸ਼ਬਦ ਕਮਾਉਣ ਦੇ ਨਾਲ ਮਨ ਪ੍ਰਕਾਸ਼ ਹੋ ਗਿਆ ਤੇ ਨਿਰਵਾਣ ਪਦ ਪ੍ਰਾਪਤ ਹੋ ਗਿਆ, ਚੌਥਾ ਪਦ ਪ੍ਰਾਪਤ ਹੋ ਗਿਆ। ਤੇ ਫਿਰ ਜਿਹੜੇ ਇਹ 5 ਸੀ, ਇਹਨਾਂ ਨੂੰ ਜਿੱਤ ਲਿਆ, ਕਿਉਂਕਿ ਜਿੰਨੀ ਦੇਰ ਮਨ ਇਹਨਾਂ ਦੇ ਦਾਇਰੇ ਦੇ ਵਿੱਚ ਹੈ, ਮਨ ਸਾਡਾ ਬੇਗਾਨੇ ਘਰ ਵਿੱਚ ਹੈ, ਕਿਉਂਕਿ 5 ਦਾ ਘਰ ਹੈ, ਮਾਇਆ ਦਾ ਦੇਸ਼ ਹੈ, ਉਨੀ ਦੇਰ ਇਹ ਮਨ ਇਹਨਾਂ ਦੇ ਬੰਧਨ ਦੇ ਵਿੱਚ ਹੈ, ਇਹ ਛੱਡਦੇ ਨਹੀਂ ਹਨ। ਤੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਛੁੱਟਦੇ ਹਾਂ। ਫਿਰ ਅਸੀਂ ਕਿੱਥੇ ਵਾਸਾ ਹੁੰਦਾ? ਸਹਿਜ ਘਰ ਦੇ ਵਿੱਚ, ਚੌਥੇ ਪਦ ਵਿੱਚ, ਨਿਰਵਾਣ ਪਦ ਦੇ ਵਿੱਚ, ਉੱਥੇ ਮਨ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਇਹ 5 ਜਿਹੜੇ ਪਹਿਲਾਂ ਸਾਨੂੰ ਸਤਾਉਂਦੇ ਸੀ, ਇਹਨਾਂ ਨੂੰ ਫਿਰ ਮਨ ਜਿੱਤ ਲੈਂਦਾ ਹੈ। ਇਹ ਫਿਰ ਸਾਡੇ ਹੁਕਮ ਦੇ ਵਿੱਚ ਆ ਜਾਂਦੇ, ਸਾਡੇ ਬੰਦੀ ਬਣ ਜਾਂਦੇ ਨੇ, ਸਾਡੇ ਨੌਕਰ ਬਣ ਜਾਂਦੇ ਨੇ। ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ, ਜਿੱਤ ਲੈਂਦਾ ਹੈ ਇਹਨਾਂ ਨੂੰ, ਫਿਰ ਜਿਹੜੇ ਹੋਰ ਲੋਕਾਂ ਨੂੰ ਲੁੱਟਦੇ ਨੇ, ਉਹ ਸਾਡੀ ਸੇਵਾ ਦੇ ਵਿੱਚ ਲੱਗਦੇ ਨੇ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਸਗਲ ਸ੍ਰਿਸ਼ਟ ਕੇ 5 ਸਿਕਦਾਰ ਰਾਮ ਭਗਤ ਕੇ ਪਾਣੀ ਹਾਰ ਜਗਤ ਪਾਸਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੈ ਸਲਾਮ ਲੂਟ ਲੈ ਸਾਕਤ ਪਤ ਖੋਵੈ ਸਾਧ ਜਨਾ ਪਗ ਮਲ ਮਲ ਧੋਵੈ। ਫਿਰ ਇੱਦਾਂ ਫਿਰ ਉਹੀ ਫਿਰ ਸਾਡੇ ਬਸ ਵਿੱਚ ਆ ਜਾਂਦੇ ਨੇ। ਫਿਰ ਅਸੀਂ ਉਹਨਾਂ ਤੋਂ ਕੰਮ ਲੈਂਦੇ ਹਾਂ, ਉਹ ਨੌਕਰ ਬਣ ਜਾਂਦੇ ਨੇ। ਦੁਰਜਨ ਤੇ ਸਾਜਨ ਪਏ ਭੇਟੇ ਗੁਰ ਗੋਬਿੰਦ। ਜਦੋਂ ਗੁਰ ਗੋਬਿੰਦ ਭੇਟ ਲੈਂਦੇ ਹਾਂ, ਇਹ ਜਿਹੜੇ ਦੁਰਜਨ ਸੀ, ਜਿਹੜੇ ਸਤਾਉਂਦੇ ਸੀ, ਉਹੀ ਸਾਡੇ ਸੱਜਣ ਬਣ ਜਾਂਦੇ ਨੇ। ਸੋ ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ ਨਿਰਵਾਣ ਪਦ ਦਾ, ਮਨ ਨੂੰ ਪ੍ਰਕਾਸ਼ ਕਰਨ ਦਾ, ਤਾਂ ਕਿ ਸਾਡਾ ਵੀ ਭਰਮ ਦੂਰ ਹੋ ਜਾਵੇ, ਅਸੀਂ ਵੀ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਰਹੀਏ, ਅਸੀਂ ਵੀ ਇਹਨਾਂ 5 ਨੂੰ ਜਿੱਤੀਏ, ਤਾਂ ਕਿ ਪ੍ਰਭੂ ਨੂੰ ਆਪਾਂ ਪਿਆਰੇ ਹੋਈਏ। ਕਿਉਂਕਿ ਮਹਾਰਾਜ ਸਮਝਾਉਂਦੇ ਨੇ ਕਿ ਫਿਰ ਸਾਡੀ ਇਹ ਖੇਲ ਪ੍ਰਭੂ ਨੂੰ ਪਿਆਰੀ ਲੱਗਦੀ ਹੈ
ਜੇ ਅਸੀਂ ਕਰਮ ਵੀ ਕਰੀਏ, ਧਰਮ ਵੀ ਕਰੀਏ ਤੇ ਨਾਲ ਉਸ ਪਰਮੇਸ਼ਰ ਦੇ ਓਟ ਆਸਰਾ ਲੈ ਕੇ ਇਹਨਾਂ ਪੰਜਾਂ ਨੂੰ ਜਿੱਤ ਲਈਏ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਐਸੀ ਖੇਲ ਪਿਆਰੀ ਹੈ ਹਰੀ ਨੂੰ, ਪ੍ਰਭੂ ਨੂੰ, ਕਿ ਸੱਚ ਨੂੰ ਨਾ ਰੱਖਣਾ ਹੈ, ਕਰਮ ਵੀ ਕਰਨਾ ਹੈ, ਧਰਮ ਵੀ ਕਰਨਾ ਹੈ। ਇਹ ਨਹੀਂ ਵੀ ਅਸੀਂ ਕੁਛ ਕਰਮ ਨਹੀਂ ਕਰਨਾ ਸਰੀਰ ਦੁਆਰਾ, ਅਤੇ ਜੋ ਵੀ ਕਰਮ ਕਰਨਾ ਹੈ ਦਾਇਰੇ ਧਰਮ ਦੇ ਦਾਇਰੇ ਵਿੱਚ ਰਹਿ ਕੇ ਕਰਨਾ ਹੈ, ਅਤੇ ਇੱਦਾਂ ਆਪਾਂ ਇਹਨਾਂ ਨੂੰ ਜਿੱਤਣਾ ਹੈ। ਸੋ ਆਓ ਹੁਣ ਆਪਾਂ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣ ਦਾ ਜੋ ਗੁਰ ਹੈ, ਤਰੀਕਾ ਹੈ, ਵਿਧ ਹੈ, ਉਸ ਨੂੰ ਆਪਾਂ ਸਮਝੀਏ ਪਹਿਲਾਂ ਕਿ ਜਾਣਾ ਕਿਵੇਂ ਹੈ। ਕਿਸ ਨੇ ਜਾਣਾ ਹੈ? ਸਾਡੇ ਮਨ ਨੇ, ਧਿਆਨ ਨੇ। ਮਨ ਨੇਤਰਾਂ ਦੇ ਵਿੱਚ ਹੈ, ਦੋ ਨੇਤਰ ਨੇ, ਇਸ ਕਰਕੇ ਮਨ ਦੋ ਜੋਤਾਂ ਦੇ ਵਿੱਚ ਹੋਇਆ ਹੈ। ਦੋ ਜੋਤਾਂ ਵਿੱਚ ਹੋਣ ਕਰਕੇ ਇਹ ਭਰਮ ਦੇ ਵਿੱਚ ਪੈ ਗਿਆ ਹੈ। ਹੁਣ ਆਪਾਂ ਇਸ ਨੂੰ ਫਿਰ ਇੱਕ ਦ੍ਰਿਸ਼ਟ ਕਰਨਾ ਹੈ, ਇੱਕ ਜੋਤ ਕਰਨਾ ਹੈ, ਇੱਕ ਚਿੱਤ ਹੋ ਕੇ ਫਿਰ ਆਪਾਂ ਧਿਆਉਣਾ ਹੈ। ਆਓ ਆਪਾਂ ਕਿਵੇਂ ਸਮਝਣਾ ਹੈ, ਕਿਵੇਂ ਸਾਨੂੰ ਪਤਾ ਚੱਲੇਗਾ ਕਿ ਸਾਡਾ ਮਨ ਦੋ ਜੋਤਾਂ ਦੇ ਵਿੱਚ ਹੈ ਜਾਂ ਇੱਕ ਜੋਤ ਹੈ। ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਦੇਖਣਾ ਹੈ, ਦ੍ਰਿਸ਼ਟੀ ਇੱਥੇ ਫੋਕਸ ਕਰਨੀ ਹੈ ਅਤੇ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਹੈ। ਜੇ ਇੱਥੇ ਦੇਖਣ ਦੇ ਨਾਲ ਨੱਕ ਦਿਸਦਾ ਹੈ, ਆਪਾਂ ਨੂੰ ਨਜ਼ਰ ਆਉਂਦਾ ਹੈ, ਫਿਰ ਜਿਹੜਾ ਸਾਡਾ ਮਨ ਦੋ ਜੋਤਾਂ ਦੇ ਵਿੱਚ ਹੈ, ਦੋ ਦ੍ਰਿਸ਼ਟੀ ਦੇ ਵਿੱਚ ਹੈ। ਜੇ ਨਜ਼ਰ ਨਹੀਂ ਆਉਂਦਾ ਫਿਰ ਇੱਕ ਦ੍ਰਿਸ਼ਟ ਹੈ। ਫਿਰ ਜੇ ਨਜ਼ਰ ਆਉਂਦਾ ਹੈ, ਫਿਰ ਆਪਾਂ ਇਹ ਦੇਖਣਾ ਹੈ ਕਿ ਕਿਸ ਪਾਸੇ ਤੋਂ ਜ਼ਿਆਦਾ ਨਜ਼ਰ ਆਉਂਦਾ ਹੈ, ਸੱਜੇ, ਖੱਬੇ ਜਾਂ ਵਿਚਾਲੇ। ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ, ਅਤੇ ਵਿਚਾਲੇ ਸਤੋ ਗੁਣ ਹੈ। ਫਿਰ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਅਸੀਂ ਦੋ ਦ੍ਰਿਸ਼ਟੀ ਵਿੱਚ ਹਾਂ, ਪਰ ਅਸੀਂ ਕਿਸ ਪਾਸੇ ਵਿਚਰਦੇ ਹਾਂ। ਅਸੀਂ ਤਮੋ ਗੁਣ 'ਤੇ ਜ਼ਿਆਦਾ ਵਿਚਰਦੇ ਹਾਂ ਧਿਆਨ, ਰਜੋ ਗੁਣ 'ਤੇ ਜਾਂ ਸਤੋ ਗੁਣ 'ਤੇ। ਇੰਨਾ ਕੁ ਪਰਖਣਾ ਹੈ ਆਪਣੇ ਆਪ ਨੂੰ ਪਹਿਲਾਂ, ਕਿਉਂਕਿ ਫਿਰ ਸਾਨੂੰ ਚੱਲਣਾ ਸੌਖਾ ਹੋ ਜਾਂਦਾ ਹੈ। ਫਿਰ ਅੱਗੇ ਜਦੋਂ ਸਾਡੀ ਕੋਈ ਅਵਸਥਾ ਬਣਦੀ ਹੈ, ਅਸੀਂ ਅੱਗੇ ਚੱਲਦੇ ਹਾਂ, ਫਿਰ ਸਾਨੂੰ ਇੱਕ ਪੌੜੀ ਚੱਲ ਕੇ ਚੜ੍ਹਨ ਦਾ ਪਤਾ ਲੱਗ ਜਾਂਦਾ ਵੀ ਹਾਂ ਅਸੀਂ ਇੱਕ ਕਦਮ ਅੱਗੇ ਚੱਲੇ ਹਾਂ। ਕਿਉਂਕਿ 38 ਪੌੜੀਆਂ ਨੇ, 38 ਪੌੜੀਆਂ ਦੇ ਵਿੱਚ ਆ ਕੇ ਆਪਾਂ ਸੱਚਖੰਡ ਦੇ ਵਾਸੀ ਬਣਦੇ ਹਾਂ। ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, 37ਵੀਂ ਪੌੜੀ ਜਾ ਕੇ ਅਸੀਂ ਕਿੱਥੇ ਚਲੇ ਜਾਂਦੇ ਹਾਂ? ਸੱਚਖੰਡ ਦੇ ਵਿੱਚ। ਸੱਚਖੰਡ ਲੈ ਜਾਂਦੀ ਹੈ, ਕਰਮਖੰਡ ਦੇ ਵਿੱਚ ਸਾਨੂੰ ਲੈ ਜਾਂਦੀ ਹੈ। ਆਓ ਆਪਾਂ ਪਹਿਲਾਂ ਆਪਣੇ ਆਪ ਨੂੰ ਥੋੜ੍ਹਾ ਪਰਖੀਏ, ਫਿਰ ਇੱਥੋਂ ਸਮਝ ਲਓ ਕਿਵੇਂ, ਮੇਰੇ ਵੱਲ ਦੇਖ ਲਓ। ਪਹਿਲਾਂ ਇਸ ਪੁਆਇੰਟ 'ਤੇ ਫੋਕਸ ਕਰਾਂਗੇ, ਇੱਦਾਂ ਆਪਣੇ ਆਪ ਨੂੰ ਥੋੜ੍ਹਾ ਪਰਖਾਂਗੇ, ਧਿਆਨ ਦਾ ਸੋਝੀ ਲਵਾਂਗੇ, ਅਤੇ ਫਿਰ ਮੈਂ ਇੱਥੋਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਕੀ ਕਰਾਂਗੇ? ਸਾਹਮਣੇ ਦੇਖਾਂਗੇ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕ ਦੇਣੀਆਂ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਕੇ ਫਿਰ ਆਪਣੇ ਆਪ ਨੂੰ ਦੇਖਣਾ ਹੈ। ਜੇ ਕਿਸੇ ਨੂੰ ਪਹਿਲਾਂ ਨੱਕ ਦਿਸਦਾ ਸੀ, ਫਿਰ ਉਸਨੇ ਆ ਕੇ ਦੇਖਣਾ। ਜੇ ਦਿਸਣੋਂ ਹਟ ਗਿਆ ਤੇ ਉਹ ਇੱਕ ਦ੍ਰਿਸ਼ਟ ਹੋ ਗਿਆ। ਜੇ ਦਿਸਦਾ ਫਿਰ ਇੱਕ ਦ੍ਰਿਸ਼ਟ ਨਹੀਂ ਹੋਇਆ। ਕਿਉਂਕਿ ਧਿਆਨ ਲਗਾਉਣਾ ਹੈ, ਪੂਰੇ ਵਿਸ਼ਵਾਸ ਦੇ ਨਾਲ ਲਗਾਉਣਾ ਹੈ। ਸੋ ਆਓ ਨੇਤਰ ਸਮ ਕਰੀਏ।
ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੋ। फिर सामने लेके आओ। फिर सम करके देखो नक ते। ਹੁਣ ਦੇਖਣਾ ਹੈ, ਜੇ ਕੋਈ ਨਵਾਂ ਜੀਵ ਜੇ ਪਹਿਲਾਂ ਨੱਕ ਦਿਸਦਾ ਸੀ, ਉਸਨੇ ਦੇਖਣਾ ਹੈ ਕਿ ਨੱਕ ਦਿਸਣੋਂ ਹਟ ਗਿਆ, ਤੇ ਦੂਜੇ ਨੇ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਸਾਰਿਆਂ ਨੇ नीचे ले जो ध्यान। ਹੁਣ ਜੋ ਥੱਲੇ ਵਿਛਿਆ, ਜਿੱਥੇ ਆਪਾਂ ਬੈਠੇ, ਚਾਦਰ ਹੈ, ਜੋ ਵੀ ਫਰਸ਼ ਹੈ, ਉਸ ਤੋਂ ਥੋੜਾ ਉੱਤੇ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਬਿਲਕੁਲ ਰਿਲੈਕਸ, ਜ਼ੋਰ ਨਹੀਂ ਲਗਾਉਣਾ। ਤੇ ਇੱਥੇ ਸਾਨੂੰ ਪਾਣੀ ਦੀਆਂ ਲਹਿਰਾਂ ਦੀ ਤਰ੍ਹਾਂ ਪ੍ਰਕਾਸ਼ ਦੀ ਹਲਚਲ ਅਨੁਭਵ ਹੋਣੀ ਸ਼ੁਰੂ ਹੋ ਜਾਏਗੀ। फिर सम करके देखिए अपने आप ਨੂੰ। फिर नीचे लाए जो ध्यान।
फिर नीचे ले जाओ ध्यान। सम करके देखो अपने आप ਨੂੰ। नीचे ले जाओ ध्यान। और सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੋ ਪੂਰੀਆਂ। और फिर सामने लेके आइए। नीचे ले जाओ ध्यान। सम करके देखिए अपने आप नूं। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां ध्याना है ते अपने आप दी पहचान करनी है।
ਆਪਣੇ ਪ੍ਰਕਾਸ਼ ਰੂਪ ਦੀ ਪਹਿਚਾਣ ਕਰਨੀ ਹੈ, ਕਿਉਂਕਿ ਆਪਾਂ ਪ੍ਰਕਾਸ਼ ਹਾਂ ਜਿਸ ਦੇ ਉੱਤੇ ਇਸ ਸਰੀਰ ਨੂੰ ਪਹਿਨਿਆ ਹੋਇਆ ਹੈ। ਇਹ ਆਪਣਾ ਜਿਹੜਾ ਸਕਾਇਆਂ ਦਾ ਸਰੀਰ ਹੈ, ਇਸ ਨੂੰ ਜੋਤ ਦੇ ਉੱਤੇ, ਜੋਤ ਦੇ ਸਹਾਰੇ ਇਹ ਖੜਾ ਹੈ। ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। अपनी सुख मूर्त है जो नाम है उस मालक का प्रकाश है, जिसके उपर यह माया रूपी कपड़ा पाया होया है। सो आप अपने प्रकाश रूप की पहचान करनी है। तो मालक प्रकाश है तो आप प्रकाश रूप हो के उस प्रभु का रूप हो जाता है साडा मन, तो उस दे विच समाउंदा है। जोत जोत विच समाउंदी है तो अपना जीवन सफल हो जाता है। जूं जल में जल आए खटाना, त्यों ज्योति संग जोत समाना। मिट गए गवन पाए विश्राम, नानक प्रभु कै सतगुर भान। सो आओ इन्नी कुछ विचार करते हैं। बहुत सारिया भुलां हो जांदियां हन। आप संगत सतगुरु जी बख्शण योग हो, बख्श लेना जी। आओ जी फतेह बुलाओ जी। वाहिगुरु जी का खालसा, वाहिगुरु जी की फतेह।